बाप ते बेटे ते रूपाक ते नाम दे उत्ते आमीन। मेरे वालों सारिਆਂ ਨੂੰ प्यार भरी जय यीशु दी ਅਤੇ खास करके 7th क्लास ਦੇ ਬੱਚਿਆਂ ਨੂੰ। पाक खुदा तू कर दे दया, ऐ पाक खुदा तू कर दे दया, ऐ पाक खुदा तू कर दे दया, मैनू ऐना काबिल बना। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। तेरे पैदा नू जान सका, तेरे पैदा नू जान सका। ਅੱਜ ਅਸੀਂ 8ਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ। 8ਵਾਂ ਚੈਪਟਰ ਯੋਨਾ ਅਤੇ ਮੀਕਾ ਨਬੀ। ਅੱਜ ਅਸੀਂ ਇਹਨਾਂ ਦੋਵਾਂ ਬਾਰੇ ਪੜਾਂਗੇ। ਯੋਨਾ ਨਬੀ ਬਾਰੇ ਤਕਰੀਬਨ ਸਾਰੇ ਹੀ ਸਟੋਰੀ ਜਾਣਦੇ ਆ। ਯੋਨਾ ਨਬੀ ਅਮਿਤਾਈ ਦਾ ਪੁੱਤਰ ਸੀ, ਜਿਸ ਦੀ ਭਵਿੱਖਬਾਣੀ ਦੀ ਸੇਵਾ ਰਾਜਾ ਯੋਰੇਬੁਆਮ ਦੇ ਰਾਜ ਦੌਰਾਨ ਹੋਈ ਸੀ। ਖੁਦਾ ਨੇ ਯੋਨਾ ਨੂੰ ਆਦੇਸ਼ ਦਿੱਤਾ ਕਿ ਉਹ ਨਿਨਵੇ ਸ਼ਹਿਰ ਨੂੰ ਜਾਵੇ, ਉੱਥੋਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਤੋਬਾ ਕਰਨ ਅਤੇ ਮਾਫੀ ਦਾ ਪਛਤਾਵਾ ਕਰਨ ਦਾ ਸੰਦੇਸ਼ ਦੇਵੇ। ਸੋ ਯੋਨਾ ਨਬੀ ਇਹ ਮਿਸ਼ਨ ਦੇ ਵਾਸਤੇ ਤਿਆਰ ਨਹੀਂ ਸੀ। ਉਹ ਆਪਣੇ ਆਪ ਨੂੰ ਪਰਮੇਸ਼ਰ ਦੀ ਹਜ਼ੂਰੀ ਤੋਂ ਲੁਕਾਉਣਾ ਚਾਹੁੰਦਾ ਸੀ। ਸੋ ਉਸਨੇ ਫੈਸਲਾ ਕੀਤਾ ਕਿ ਉਹ ਕੀ ਤਰਸ਼ੀਸ਼ ਨੂੰ ਚਲ ਜਾਵੇ। ਸੋ ਜਦੋਂ ਉਸਨੇ ਯਾਤਰਾ ਸਫ਼ਰ ਸ਼ੁਰੂ ਕੀਤਾ ਤਾਂ ਉਹ ਸਮੁੰਦਰ ਜਹਾਜ਼ ਦੇ ਵਿੱਚ ਬੈਠ ਗਿਆ। ਜਦੋਂ ਉਹ ਸਮੁੰਦਰ ਜਹਾਜ਼ ਦੇ ਵਿੱਚ ਸੀ ਤਾਂ ਉਹਦੀ ਹਾਲਤ ਜਿਹੜੀ ਹੋਰ ਵੀ ਗੰਭੀਰ ਹੋ ਗਈ। ਉਹ ਸੰਕਟ ਦੇ ਵਿੱਚ ਪੈ ਗਿਆ, ਕਿਉਂਕਿ ਪਰਮੇਸ਼ਰ ਦੇ ਹਜ਼ੂਰੀ ਤੇ ਕੋਈ ਵੀ ਲੁਕ ਨਹੀਂ ਸਕਦਾ। ਸੋ ਪਰਮੇਸ਼ਰ ਨੇ ਕੀ ਕੀਤਾ ਕਿ ਸਮੁੰਦਰ ਦੇ ਵਿੱਚ ਇੱਕ ਵੱਡਾ ਤੂਫਾਨ ਲਿਆਂਦਾ। ਤਾਂ ਜਿਹੜੇ ਯਾਤਰੀ ਸੀ ਉਹਨਾਂ ਨੇ ਕੀ ਸੋਚਿਆ ਕਿ ਕਿਸ ਦੇ ਕਾਰਨ ਇਹ ਸਭ ਕੁਝ ਹੋਇਆ। ਤਾਂ ਉਹਨਾਂ ਨੇ ਇੱਕ ਵਿਉਂਤ ਬਣਾਈ, ਉਹਨਾਂ ਨੇ ਕਿ ਪਰਚੀਆਂ ਪਾ ਲੀਆਂ। ਯਾਤਰੀਆਂ ਨੇ ਕੀ ਕਿਹਾ ਕਿ ਜਿੰਨੇ ਵੀ ਤੁਸੀਂ ਆ ਉਹ ਸਾਰੇ ਆਪਣੇ ਪ੍ਰਭੂ ਨੂੰ ਕੀ ਕਰੋ, ਯਾਦ ਕਰੋ, ਤਾਂ ਜੋ ਇਹ ਜਿਹੜੀ ਮੁਸ਼ਕਲ ਆ, ਇਹ ਜਿਹੜੇ ਸੰਕਟ ਹੈ ਇਹ ਦੂਰ ਹੋ ਜਾਏ, ਜਿਹੜਾ ਤੂਫਾਨ ਹੈ ਇਹ ਕੀ ਆ ਰੁਕ ਜਾਵੇ। ਪਰ ਫਿਰ ਕੀ ਹੋਇਆ ਕਿ ਇਹ ਤੂਫਾਨ ਹੋਰ ਵੀ ਤੇਜ਼ ਹੋ ਗਿਆ। ਸੋ ਜਿੰਨੇ ਵੀ ਉਹ ਬੈਠੇ ਸੀ ਆਦਮੀ, ਉਹਨਾਂ ਨੇ ਆਪਣੀਆਂ ਸਾਰੀਆਂ ਜਿਹੜੀਆਂ ਉਹਨਾਂ ਕੋਲ ਵਸਤੂ ਸੀ ਉਹਨਾਂ ਨੇ ਸਮੁੰਦਰ ਵਿੱਚ ਸੁੱਟਣੀਆਂ ਸ਼ੁਰੂ ਕਰਤੀਆਂ, ਤਾਂ ਜੋ ਤੂਫਾਨ ਹੈ ਸਮੁੰਦਰ ਦੇ ਵਿੱਚ ਵਿਪਤਾ ਆਈ ਉਹ ਰੁਕ ਜਾਵੇ। ਪਰ ਸਮੁੰਦਰ ਦੇ ਵਿੱਚ ਹੋਰ ਵੀ ਤੂਫਾਨ ਹੋਰ ਵੀ ਤੇਜ਼ੀ ਨਾਲ ਸ਼ੁਰੂ ਹੋ ਗਿਆ। ਸੋ ਫਿਰ ਉਹਨਾਂ ਨੇ ਕੀ ਪਲਾਨ ਬਣਾਇਆ, ਉਹਨਾਂ ਨੇ ਆਪਸ ਦੇ ਵਿੱਚ ਜਿੰਨੇ ਵੀ ਸਮੁੰਦਰ ਜਹਾਜ਼ ਦੇ ਵਿੱਚ ਸਨ ਉਹਨਾਂ ਨੇ ਪਰਚੀਆਂ ਪਾ ਲੀਆਂ। ਪਰਚੀਆਂ ਪਾਉਣ ਦੇ ਦੌਰਾਨ ਉਹ ਪਰਚੀ ਕਿਹਦੇ ਨਾਮ ਦੇ ਨਿਕਲੀ, ਯੋਨਾ ਨਬੀ ਦੇ। ਸੋ ਜਦੋਂ ਉਹਨਾਂ ਨੇ ਦੇਖਿਆ ਕਿ ਇਸ ਦੇ ਕਾਰਨ ਇਹ ਸਾਰੀ ਵਿਪਤਾ ਆਈ ਹੈ ਤੇ ਉਹਨੇ ਸਾਰੀ ਜਿਹੜੀ ਆਪਣੀ ਹੋਈ ਜੋ ਬੀਤੀ ਕਹਾਣੀ ਹੈ ਉਹਨਾਂ ਨੂੰ ਦੱਸੀ। ਮੈਂ ਪਰਮੇਸ਼ਰ ਦੀ ਹਜ਼ੂਰੀ ਤੋਂ, ਪਰਮੇਸ਼ਰ ਦੇ ਉਦੇਸ਼ ਤੋਂ ਕੀ ਕਰਦਾ ਸੀ, ਭੱਜਦਾ ਸੀ। ਮੈਂ ਭੱਜਣਾ ਚਾਹੁੰਦਾ ਸੀ, ਇਸ ਮਿਸ਼ਨ ਦੇ ਵਾਸਤੇ ਮੈਂ ਕੀ ਸੀ, ਤਿਆਰ ਨਹੀਂ ਸੀ। ਫਿਰ ਜਦੋਂ ਉਹਨਾਂ ਨੂੰ ਇਹ ਸਾਰੀ ਗੱਲ ਪਤਾ ਲੱਗੀ ਤਾਂ ਯੋਨਾ ਨੇ ਆਪਣਾ ਗੁਨਾਹ ਜਿਹੜਾ ਕਬੂਲ ਕਰ ਲਿਆ ਕਿ ਮੈਂ ਪਰਮੇਸ਼ਰ ਦੀ ਹਜ਼ੂਰੀ ਤੇ ਪਰਮੇਸ਼ਰ ਦੇ ਹੁਕਮ ਤੋਂ ਭੱਜਦਾ ਸੀਗਾ। ਕਬੂਲ ਕਰ ਲਿਆ ਤਾਂ ਖੁਦਾ ਦੀ ਇੱਛਾ ਦੇ ਵਿਰੁੱਧ, ਉਸ ਦੀ ਹਜ਼ੂਰੀ ਤੋਂ ਦੂਰ ਭੱਜਦਾ
ਅਤੇ ਤੁਹਾਡੇ ਲਈ ਸ਼ਾਂਤੀ ਹੋ ਜਾਵੇਗੀ। ਫਿਰ ਉਹ ਕੀ ਕਹਿੰਦਾ, ਕਿਉਂਕਿ ਮੈਂ ਉਹ ਤੋਂ ਦੂਰ ਭੱਜਦਾ ਸੀ, ਇਸ ਕਰਕੇ ਕਿ ਮੈਨੂੰ ਕੀ ਕਰ ਦੋ, ਸਮੁੰਦਰ ਦੇ ਵਿੱਚ ਸੁੱਟ ਦੇਵੋ। ਸੋ ਖੁਦਾ ਦੀ ਇੱਛਾ ਦੇ ਅਨੁਸਾਰ ਯਾਤਰੀਆਂ ਨੇ ਯੋਨਾ ਨੂੰ ਸਮੁੰਦਰ ਦੇ ਵਿੱਚ ਸੁੱਟ ਦਿੱਤਾ। ਸਮੁੰਦਰ ਕੇ ਇੱਕਦਮ ਸ਼ਾਂਤ ਹੋ ਗਿਆ। ਫਿਰ ਬਾਅਦ 'ਚ ਕੀ ਹੋਇਆ ਕਿ ਪਰਮੇਸ਼ਰ ਨੇ ਕੀ ਕੀਤਾ, ਜੋ ਸਮੁੰਦਰ ਦੇ ਵਿੱਚ ਡਿੱਗ ਪਿਆ ਤਾਂ ਪਰਮੇਸ਼ਰ ਨੇ ਇੱਕ ਮੱਛੀ ਨੂੰ ਕੀ ਦਿੱਤਾ, ਆਗਿਆ ਦਿੱਤੀ ਕਿ ਯੋਨਾ ਨੂੰ ਉਗਲ ਜਾ। ਸੋ ਉਹਨੇ ਕੀ ਕੀਤਾ, ਜੋ ਖੁਦਾ ਨੇ ਇੱਕ ਵੱਡੀ ਮੱਛੀ ਨੂੰ ਭੇਜ ਕੇ ਯੋਨਾ ਨੂੰ ਨਿਗਲ ਲਿਆ। ਇਸ ਤਰ੍ਹਾਂ ਯੋਨਾ 3 ਦਿਨ ਅਤੇ 3 ਰਾਤਾਂ ਕਿੱਥੇ ਰਿਹਾ, ਮੱਛੀ ਦੇ ਪੇਟ ਦੇ ਵਿੱਚ। ਤਦ ਖੁਦਾ ਨੇ ਮੱਛੀ ਨੂੰ ਆਗਿਆ ਦਿੱਤੀ ਕਿ ਉਹ ਯੋਨਾ ਨੂੰ ਸਮੁੰਦਰ ਦੇ ਕੰਢੇ ਉਗਲ ਦੇ। ਸੋ ਜਿੱਥੇ ਯੋਨਾ ਨੇ ਖੁਦਾ ਦੀ ਆਗਿਆ ਅਨੁਸਾਰ ਪਛਤਾਵੇ ਦਾ ਪ੍ਰਚਾਰ ਨਿਨਵੇ ਸ਼ਹਿਰ ਦੇ ਲਈ ਕੀਤਾ, ਜਿਸ ਦੇ ਨਤੀਜੇ ਵਜੋਂ ਸਾਰਾ ਸ਼ਹਿਰ ਬਿਠਾਇਆ ਗਿਆ। ਜਿੱਥੋਂ ਯੋਨਾ ਨਬੀ ਭੱਜਦਾ ਸੀ, ਪਰਮੇਸ਼ਰ ਨੇ ਉਸੇ ਹੀ ਜਗ੍ਹਾ ਤੇ ਉਹਨੂੰ ਘੱਲ ਦਿੱਤਾ। ਸੋ ਜਦੋਂ ਉਹਨੇ ਸਮੁੰਦਰ ਦੇ ਕੰਢੇ ਤੇ ਮੱਛਲੀ ਨੇ ਸੁੱਟ ਦਿੱਤਾ ਤਾਂ ਫਿਰ ਉਹਨੇ ਕਿ ਨਿਨਵੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਕੀ ਕੀਤਾ, ਪਛਤਾਵੇ ਦਾ ਪ੍ਰਚਾਰ ਕੀਤਾ। ਫਿਰ ਅਸੀਂ ਅੱਗੇ ਦੇਖਦੇ ਹਾਂ ਕਿ ਫਿਰ ਪਰਮੇਸ਼ਰ ਨੂੰ ਕੀ ਕਹਿੰਦਾ ਹੈ ਕਿ ਇਹ ਪ੍ਰਭੂ, ਮੈਂ ਜਾਣਦਾ ਸੀ ਕਿ ਤੂੰ ਅਤੀ ਕਿਰਪਾਲੂ ਅਤੇ ਦਿਆਲੂ ਪਰਮੇਸ਼ਰ ਹੈ ਤੇ ਤੂੰ ਗੁੱਸਾ ਕਰਨ ਵਿੱਚ ਮੱਠਾ ਅਪਾਰ ਦਇਆ ਦਾ ਹੈ, ਮਾਲ ਅਤੇ ਬੁਰੇ ਫੈਸਲੇ ਬਦਲਣ ਵਾਲਾ ਹੈ। ਆਖਿਰ ਵਿੱਚ ਯੋਨਾ ਨਬੀ ਦੀ ਪੁਸਤਕ ਸੰਸਾਰ ਦੀ ਮੁਕਤੀ ਅਤੇ ਖੁਦਾ ਦੀ ਯੋਜਨਾ ਦਾ ਪ੍ਰਤੀਕ ਹੈ। ਇਹ ਜ਼ਾਹਿਰ ਕਰਦੀ ਹੈ ਕਿ ਕਿਸ ਸੰਸਾਰ ਦੀ ਮੁਕਤੀ ਅਤੇ ਯੋਜਨਾ ਪਰਮੇਸ਼ਰ ਦੀ ਸਾਡੇ ਉੱਤੇ ਜ਼ਾਹਿਰ ਕਰਦੀ ਹੈ। ਅਸੀਂ ਇਸ ਸਟੋਰੀ ਦੇ ਵਿੱਚ ਕੀ ਪੜ੍ਹਦੇ ਹਾਂ ਕਿ ਪਰਮੇਸ਼ਰ ਜਿਹਨੂੰ ਚੁਣਦਾ ਹੈ, ਜਿਸ ਤੋਂ ਉਸਨੇ ਕੰਮ ਲੈਣਾ ਹੈ, ਜਿਸ ਦੇ ਦੁਆਰਾ ਉਹਨੇ ਆਪਣਾ ਸੰਦੇਸ਼ ਦੇਣਾ ਹੈ, ਉਹਨੂੰ ਪਰਮੇਸ਼ਰ ਕਦੇ ਵੀ ਨਹੀਂ ਛੱਡਦਾ। ਸੋ ਕਿ ਯੋਨਾ ਨਬੀ ਕੀ ਸੀ, ਪਰਮੇਸ਼ਰ ਦੀ ਆਗਿਆ ਤੋਂ ਭੱਜਦਾ ਸੀ। ਪਰਮੇਸ਼ਰ ਦੇ ਕਿ ਮਿਸ਼ਨ ਲਈ ਉਹ ਆਪਣੇ ਆਪ ਨੂੰ ਤਿਆਰ ਨਹੀਂ ਸੀ ਕਰਦਾ। ਉਹ ਆਪਣੇ ਆਪ ਨੂੰ ਸ਼ਾਇਦ ਹੋ ਸਕਦਾ ਤਾਂ ਆਪਣੇ ਆਪ ਨੂੰ ਯੋਗ ਨਹੀਂ ਸਮਝਦਾ, ਪਰ ਪਰਮੇਸ਼ਰ ਨੇ ਕੀ ਕੀਤਾ, ਉਹਨੂੰ ਯੋਗ ਬਣਾਇਆ। ਪਰ ਜਦੋਂ ਅਸੀਂ ਬਾਈਬਲ ਦੇ ਵਿੱਚ ਇਹ ਸਟੋਰੀ ਕੀ ਪੜ੍ਹਦੇ ਹਾਂ ਕਿ ਪਰਮੇਸ਼ਰ ਨੇ ਨਿਨਵੇ ਸ਼ਹਿਰ ਦੇ ਵਿੱਚ ਉਹਨੂੰ ਪਛਤਾਵੇ ਦਾ ਸੰਦੇਸ਼ ਸੁਣਾਉਣ ਵਾਸਤੇ ਭੇਜਿਆ, ਪਰ ਜਦੋਂ ਅਸੀਂ ਹਿਸਟਰੀ ਦੇ ਵਿੱਚ ਕੀ ਪੜ੍ਹਦੇ ਹਾਂ ਕਿ ਪਰਮੇਸ਼ਰ ਨੇ ਉਸ ਸ਼ਹਿਰ ਦੇ ਵਿੱਚ ਕੀ ਕੀਤੀ, ਦਇਆ ਕੀਤੀ, ਆਪਣੀ ਅਪਾਰ ਕਿਰਪਾ ਕੀਤੀ। ਜਦੋਂ ਸੰਦੇਸ਼ ਯੋਨਾ ਨਬੀ ਨੇ ਦਿੱਤਾ ਕਿ ਨਿਨਵੇ ਦੇ ਸਾਰੇ ਲੋਕੋ, ਪਰਮੇਸ਼ਰ ਦਾ ਜਿਹੜਾ ਗੁੱਸਾ ਹੈ ਭੜਕਣ ਵਾਲਾ ਹੈ, 40 ਦਿਨਾਂ ਤੱਕ ਤੁਹਾਡਾ ਸ਼ਹਿਰ ਜਿਹੜਾ ਕੀ ਹੋ ਜਾਊਗਾ, ਤਬਾਹ ਹੋ ਜਾਊਗਾ। ਫਿਰ ਕੀ ਕੀਤਾ ਕਿ ਉਹਨਾਂ ਦੇ ਲੋਕਾਂ ਨੇ, ਜੋ ਉਤਨੇ ਲੋਕ ਸੀ, ਜੋ ਰਾਜਾ ਸੀ, ਮਿਲ ਕੇ ਸਾਰਿਆਂ ਨੇ ਕੀ ਕੀਤਾ, ਪਛਤਾਵਾ ਕੀਤਾ, ਸੋਗ ਕੀਤਾ। ਜਦੋਂ ਪਰਮੇਸ਼ਰ ਨੇ ਸਭ ਕੁਝ ਦੇਖ ਲਿਆ ਤਾਂ ਕੀ ਹੋ ਗਿਆ ਕਿ ਪਰਮੇਸ਼ਰ ਦੀ ਜਿਹੜੀ ਦਇਆ, ਅਪਾਰ ਕਿਰਪਾ ਉਸ ਕੀ ਸ਼ਹਿਰ ਦੇ ਉੱਤੇ ਆ ਗਈ, ਉਹਨਾਂ ਲੋਕਾਂ ਦੇ ਉੱਤੇ ਆ ਗਈ। ਸੋ ਜਦੋਂ ਯੋਨਾ ਨਬੀ ਨੇ ਇਹ ਸਾਰਾ ਕੁਝ ਦੇਖਿਆ ਤਾਂ ਕੀ ਕਹਿੰਦਾ ਕਿ ਪਰਮੇਸ਼ਰ, ਮੈਨੂੰ ਪਤਾ ਸੀ ਤੂੰ ਦਿਆਲੂ ਹੈ, ਕਿਰਪਾਲੂ ਹੈ, ਤੂੰ ਅਪਾਰ ਦਇਆ ਦਾ ਸੋਮਾ ਹੈ। ਹਿਸਟਰੀ ਦੇ ਵਿੱਚ ਅਸੀਂ ਕੀ ਪੜ੍ਹਦੇ ਹਾਂ ਕਿ ਪਰਮੇਸ਼ਰ ਬਹੁਤ ਦਿਆਲੂ ਵੀ ਹੈ ਤੇ ਪਰਮੇਸ਼ਰ ਜਿਹਨੂੰ ਚੁਣਦਾ ਹੈ ਉਹ ਤੇ ਕੀ ਕਰਦਾ ਹੈ, ਆਪਣੀ ਕਿਰਪਾ ਕਰਦਾ ਹੈ, ਉਹਦੇ ਦੁਆਰਾ ਆਪਣਾ ਸੰਦੇਸ਼ ਵੀ ਪਹੁੰਚਾਉਂਦਾ ਹੈ। ਜਿਸ ਤਰ੍ਹਾਂ ਅੱਗੇ ਅਸੀਂ ਨਬੀਆਂ ਦੀਆਂ ਪੁਸਤਕਾਂ ਦਾ ਸੰਦੇਸ਼ ਸੁਣਦੇ ਸੀ, ਹੁਣ ਇਹ ਨਬੀ ਵੀ ਆਪਣੀ ਪੁਸਤਕ ਦਾ ਕੀ ਦਿੰਦੇ ਆ, ਸੰਦੇਸ਼ ਦਿੰਦੇ ਆ। ਸੋ ਪੁਸਤਕ ਦੇ ਸੰਦੇਸ਼, ਇਸਰਾਇਲ ਦਾ ਖੁਦਾ ਸਾਰੀ ਮਨੁੱਖ ਜਾਤੀ ਦਾ ਖੁਦਾ ਹੈ, ਇਸ ਲਈ ਉਹ ਐਤਨਾਮੇ ਤੋਂ ਬਾਹਰ ਲੋਕਾਂ ਉੱਤੇ ਵੀ ਦਇਆ ਦਿਖਾਉਂਦਾ ਹੈ। ਇਸਰਾਇਲ ਨੂੰ ਖੁਦਾ ਨਾਲ ਆਪਣੇ ਰਿਸ਼ਤੇ ਤੇ ਮਾਰ ਨਹੀਂ ਕਰਨਾ ਚਾਹੀਦਾ, ਸਗੋਂ ਮਸੀਹਾ ਵਾਂਗ ਤੋਬਾ ਕਰਨੀ ਚਾਹੀਦੀ ਹੈ। ਸੋ ਇਹ ਸੀ ਯੋਨਾ ਨਬੀ ਦੀ ਸਟੋਰੀ। ਯੋਨਾ ਨਬੀ ਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਪਰਮੇਸ਼ਰ ਨੇ ਕੰਮ ਕੀਤਾ। ਸੋ ਅੱਗੇ ਅਸੀਂ ਪੜ੍ਹਦੇ ਹਾਂ ਮੀਕਾ ਨਬੀ। ਮੀਕਾ ਨਬੀ ਕੌਣ ਸੀ? ਮੀਕਾ ਨਬੀ ਮੋਰਸ਼ਤ ਨਗਰ ਦਾ ਰਹਿਣ ਵਾਲਾ ਸੀ, ਜਿਸ ਨੇ ਭਵਿੱਖਬਾਣੀ ਦੀ ਸੇਵਾ ਰਾਜਾ ਯੋਥਾਮ, ਆਹਾਜ਼ ਅਤੇ ਯਕਿਆ ਦੇ ਰਾਜਕਾਲ ਦੌਰਾਨ ਨਿਭਾਈ। ਉਸ ਦੇ ਨਾਮ ਦਾ ਅਰਥ ਹੈ ਕੌਣ ਖੁਦਾ ਵਰਗਾ ਹੈ।
ਉਹ ਯਹੂਦਾ ਦੇ ਦੱਖਣੀ ਰਾਜ ਦਾ ਰਹਿਣ ਵਾਲਾ ਸੀ, ਜਿਸ ਨੇ ਨਬੀ ਯਸ਼ਾਇਆ ਦੇ ਸਮੇਂ ਆਪਣਾ ਜੀਵਨ ਬਿਤਾਇਆ। ਉਸਨੇ ਇਸਰਾਇਲ ਦੇ ਪਾਪ ਸਾਮਰੀਆ ਦੀ ਦੁਸ਼ਟਤਾ ਵਿਰੁੱਧ ਆਵਾਜ਼ ਉਠਾਈ। ਇਸਰਾਇਲ ਦੇ ਪਾਪ ਅਤੇ ਸਾਮਰੀਆ ਦੇ ਬਾਰੇ ਕੀ ਉਹਨੇ ਆਵਾਜ਼ ਉਠਾਈ ਸੀ ਕਿ ਉਹ ਵੀ ਪਰਮੇਸ਼ਰ ਦਾ ਜਿਹੜਾ ਨਿਆਂ ਹੋਣ ਵਾਲਾ ਹੈ ਤੇ ਆਪਣੇ ਪਾਪਾਂ ਤੋਂ, ਆਪਣੇ ਗੁਨਾਹਾਂ ਤੋਂ ਤੋਬਾ ਕਰੋ, ਸੋਗ ਕਰੋ। ਸੋ ਉਹਨੇ ਫਿਰ ਕੀ ਕੀਤਾ ਸੀਗਾ? ਉਹਦੀ ਭਵਿੱਖਬਾਣੀ ਕੀ ਸੀ? ਯਰੂਸ਼ਲਮ ਦੇ ਫਾਟਕਾਂ ਤੱਕ ਤਬਾਹੀ ਆ ਪਹੁੰਚੀ ਹੈ, ਜਿੱਥੇ ਮੇਰੇ ਲੋਕ ਰਹਿੰਦੇ ਹਨ। ਉਹ ਇਸ ਲਈ ਅਨੋਖੇ ਢੰਗ ਨਾਲ ਪ੍ਰਚਾਰ ਕਰਦਾ ਹੈ, ਮੈਂ ਨੰਗੇ ਪੈਰੀ ਚੱਲਾਂਗਾ ਅਤੇ ਆਪਣੇ ਕੱਪੜੇ ਲਾ ਸੁੱਟਾਂਗਾ, ਮੈਂ ਗਿੱਦੜ ਦੇ ਵਾਂਗ ਰੋਵਾਂਗਾ, ਸ਼ਤਰਮੁਰਗ ਦੇ ਵਾਂਗ ਸੋ ਕਰਾਂਗਾ। ਭਾਵੇਂ ਖੁਦਾ ਲੋਕਾਂ ਦੇ ਪਾਪ ਕਾਰਨ ਉਹਨਾਂ ਨੂੰ ਸਜ਼ਾ ਦੇਵੇਗਾ, ਪਰ ਮੀਕਾ ਨਬੀ ਦਾ ਸੰਦੇਸ਼ ਭਵਿੱਖ ਦੀ ਚੰਗੀ ਉਮੀਦ ਦਾ ਚਿੰਨ੍ਹ ਪ੍ਰਦਾਨ ਕਰਦਾ ਹੈ। ਇਹਦੇ ਵਿੱਚ ਕਹਿੰਦਾ ਚਾਹੇ ਖੁਦਾ ਦਾ ਗੁੱਸਾ ਭਟਕਿਆ ਹੋਇਆ, ਫਿਰ ਵੀ ਕੀ ਕਰਾਂਗਾ ਮੈਂ? ਕਿ ਸੋ ਕਰਾਂਗਾ, ਦੂਸਰਿਆਂ ਨੂੰ ਚੰਗਾ ਸੰਦੇਸ਼ ਦੇਵਾਂਗਾ ਤਾਂ ਜੋ ਉਹ ਆਪਣੇ ਪਾਪਾਂ ਤੋਂ ਕੀ ਹੋਣ, ਮੁੜ ਵਾਪਸ ਆ ਜਾਣ। ਕਹਿੰਦੇ ਨੇ ਕਿ ਮੀਕਾ ਨਬੀ ਕੀ ਉਮੀਦ ਪ੍ਰਦਾਨ ਕਰਨ ਦਾ ਸੰਦੇਸ਼ ਦਿੰਦਾ ਹੈ। ਲੋਕਾਂ ਨੂੰ ਕਹਿੰਦਾ ਕਿ ਉਮੀਦ ਰੱਖੋ, ਪਰਮੇਸ਼ਰ ਕੀ ਆ? ਦਿਆਲੂ ਹੈ, ਪ੍ਰਭੂ ਮੁਕਤੀ ਦਾਤਾ ਹੈ। ਪ੍ਰਭੂ ਦਾ ਜਿਹੜਾ ਗੁੱਸਾ ਹੈ ਉਹ ਕੀ ਹੈ? ਮੱਠਾ ਹੈ, ਉਹ ਅਪਾਰ ਦਇਆ ਦਾ ਸੋਮਾ ਹੈ। ਸੋ ਅੱਗੇ ਕੀ ਹੈ? ਮੀਕਾ ਨਬੀ ਦਾ ਸੰਦੇਸ਼ ਭਵਿੱਖ ਦੀ ਚੰਗੀ ਉਮੀਦ ਦਾ ਚਿੰਨ੍ਹ ਪ੍ਰਦਾਨ ਕਰਦਾ ਹੈ, ਜਿੱਥੇ ਖੁਦਾ ਆਪਣੀ ਕੌਮ ਨੂੰ ਮੁੜ ਸੁਰਜੀਤ ਕਰਕੇ ਪੁਨਰ ਸਥਾਪਿਤ ਕਰੇਗਾ। ਖੁਦਾ ਤੁਹਾਨੂੰ ਤੁਹਾਡੇ ਵੈਰੀਆਂ ਦੇ ਹੱਥੋਂ ਛੁਡਾਵੇਗਾ। ਸੋ ਇਹਦੇ ਵਿੱਚ ਕੀ ਕਹਿੰਦਾ ਹੈ ਕਿ ਪਰਮੇਸ਼ਰ ਜਿਹੜਾ ਦਇਆ ਕਰਨ ਵਾਲਾ ਹੈ, ਫਿਰ ਦੁਬਾਰਾ ਮੁੜ ਸੁਰਜੀਤ ਕਰੇਗਾ ਆਪਣੀ ਕੌਮ ਨੂੰ, ਆਪਣੇ ਲੋਕਾਂ ਨੂੰ, ਕਿਉਂਕਿ ਉਹਦਾ ਜਿਹੜਾ ਦਿਲ ਹੈ ਉਹ ਕੀ ਹੈ? ਅਪਾਰ ਕਿਰਪਾ ਦਾ ਭਰਿਆ ਹੋਇਆ ਹੈ। ਉਹਦੇ ਅੰਦਰ ਕੀ ਹੈ? ਸਾਡੇ ਪ੍ਰਤੀ ਪਿਆਰ ਹੈ, ਦਇਆ ਹੈ। ਖੁਦਾ ਮੀਕਾ ਦੇ ਦੁਆਰਾ ਇਸਰਾਇਲ ਨੂੰ ਇੱਕ ਮਹਾਨ ਸ਼ਾਸਕ ਦੀ ਪ੍ਰਤਿਗਿਆ ਵੀ ਦਿੰਦਾ ਹੈ। ਐ ਬੈਤਲਹਮ ਅਫਸਾਦ, ਤੂੰ ਯਹੂਦਾ ਦੇ ਸਭ ਨਗਰਾਂ ਵਿੱਚ ਸਭ ਤੋਂ ਛੋਟਾ ਹੈ, ਪਰ ਮੈਂ ਤੇਰੇ ਵਿੱਚੋਂ ਹੀ ਇੱਕ ਇਸਰਾਇਲ, ਇੱਕ ਸ਼ਾਸਕ ਪੈਦਾ ਕਰਾਂਗਾ, ਜਿਸ ਦੇ ਵੰਸ਼ ਦਾ ਸੰਬੰਧ ਪ੍ਰਾਚੀਨ ਕਾਲ ਅਰਥਾਤ ਆਦਿ ਤੋਂ ਹੈ। ਆਖਿਰ ਵਿੱਚ ਮੀਕਾ ਨਬੀ ਖੁਦਾ ਨੂੰ ਦਇਆ ਨਾਲ ਭਰਪੂਰ ਅਤੇ ਪਿਆਰ ਦੇ ਸੋਮੇ ਵਜੋਂ ਪੇਸ਼ ਕਰਦਾ ਹੈ। ਕਹਿੰਦੇ ਜਿਹੜਾ ਪਰਮੇਸ਼ਰ ਹੈ ਉਹ ਗੁੱਸਾ ਵੀ ਕਰਦਾ ਹੈ, ਕਹਿੰਦੇ ਜਿਹੜਾ ਪਰਮੇਸ਼ਰ ਉਹ ਦਇਆ ਵੀ ਕਰਦਾ ਹੈ, ਪਿਆਰ ਵੀ ਕਰਦਾ ਹੈ। ਉਹਦੇ ਅੰਦਰ ਕੀ ਆ? ਇੰਨਾ ਪਿਆਰ ਹੈ, ਜਦੋਂ ਅਸੀਂ ਪਛਤਾਉਨੇ ਆ, ਜੋ ਸਾਡੀ ਪਛਤਾਵੇ ਨੂੰ ਦੇਖ ਕੇ ਕੀ ਕਰਦਾ? ਸਾਡੀ ਤੇ ਦਇਆ ਕਰਦਾ ਹੈ, ਸਾਡੇ ਉੱਤੇ ਦਇਆ ਕਰਦਾ ਜਦੋਂ ਅਸੀਂ ਪਛਤਾਉਨੇ ਹਾਂ। ਸੋ ਇਹ ਸੀ ਮੀਕਾ ਨਬੀ ਦਾ ਸੰਦੇਸ਼ ਸਾਮਰੀਆ ਦੇ ਯਰੂਸ਼ਲਮ ਦੇ ਵਾਸਤੇ। ਸੋ ਅੱਗੇ ਹੈ ਪੁਸਤਕਾਂ ਦਾ ਸੰਦੇਸ਼। ਪ੍ਰਭੂ ਐਤਨਾਮੇ ਦੇ ਵਿਰੋਧੀਆਂ ਨੂੰ ਸਜ਼ਾ ਦੇਵੇਗਾ। ਉਹ ਚਾਹੁੰਦਾ ਹੈ ਕਿ ਲੋਕ ਉਸ ਨੂੰ ਪਿਆਰ ਕਰਨ ਅਤੇ ਨੇਕੀ ਦੇ ਵਿੱਚ ਜੀਵਨ ਗੁਜ਼ਾਰਨ। ਗੁਨਾਹੀ ਸਜ਼ਾ ਪਾਉਣਗੇ, ਪਰ ਖੁਦਾ ਦੇ ਵਾਅਦੇ ਸੱਚੇ ਹਨ, ਜਿਹੜੇ ਭਵਿੱਖ ਵਿੱਚ ਪੂਰੇ ਹੋਣਗੇ। ਖੁਦਾ ਭਲਾ ਹੈ, ਉਹ ਮੁਸੀਬਤ ਦੇ ਸਮੇਂ ਸ਼ਰਨ ਬਣੇਗਾ। ਉਹ ਨੀਨਵੇ ਦਾ ਅੰਤ ਕਰੇਗਾ ਅਤੇ ਆਪਣੇ ਦੁਸ਼ਮਣਾਂ ਨੂੰ ਨਾਸ਼ ਕਰੇਗਾ। ਸੋ ਇਹ ਸੀ ਯੋਨਾ ਨਬੀ ਅਤੇ ਮੀਕਾ ਨਬੀ। ਉਹਨਾਂ ਦੀ ਜ਼ਿੰਦਗੀ ਦੇ ਦੁਆਰਾ ਪਰਮੇਸ਼ਰ ਨੇ ਭਵਿੱਖਬਾਣੀ ਕੀਤੀ, ਕਿਸ ਤਰ੍ਹਾਂ ਯੋਨਾ ਨਬੀ ਦੇ ਦੁਆਰਾ ਨੀਨਵੇ ਸ਼ਹਿਰ ਦੇ ਵਿੱਚ ਸੰਦੇਸ਼ ਪਹੁੰਚਾਇਆ, ਕਿਸ ਤਰ੍ਹਾਂ ਮੀਕਾ ਨਬੀ ਦੇ ਦੁਆਰਾ ਪਰਮੇਸ਼ਰ ਨੇ ਕੀ ਕੀਤਾ? ਸੰਦੇਸ਼ ਦਿੱਤਾ। ਸੋ ਇਹ ਸੀ ਦੋ ਛੋਟੇ ਨਬੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਦੌਰਾਨ ਪਰਮੇਸ਼ਰ ਦੀ ਆਗਿਆ ਦੇ ਅਨੁਸਾਰ ਰਹੇ। ਇਹ ਸੀ ਅੱਜ ਦਾ ਚੈਪਟਰ। ਹੁਣ ਅਸੀਂ ਦੇਖਦੇ ਹਾਂ ਕੁਐਸਚਨ ਆਨਸਰ। ਪਹਿਲਾ ਕੁਐਸਚਨ ਹੈ, ਯੋਨਾ ਨਬੀ ਕਿਸ ਦਾ ਪੁੱਤਰ ਸੀ? ਉਸਨੇ ਸੇਵਾ ਦਾ ਕੰਮ ਕਿਸ ਰਾਜਕਾਲ ਦੌਰਾਨ ਕੀਤਾ? ਆਨਸਰ ਹੈ ਯੋਨਾ ਨਬੀ ਅਮਤਾਈ ਦਾ ਪੁੱਤਰ ਸੀ ਅਤੇ ਉਸਨੇ ਸੇਵਾ ਦਾ ਕੰਮ ਰਾਜਾ ਯਰੋਬੋਆਮ ਦੇ ਰਾਜਕਾਲ ਦੌਰਾਨ ਹੋਇਆ। ਦੂਸਰਾ ਕੁਐਸਚਨ ਹੈ, ਯੋਨਾ ਨਬੀ ਖੁਦਾ ਕੋਲੋਂ ਦੂਰ ਭੱਜ ਕੇ ਕਿਸ ਸ਼ਹਿਰ ਵੱਲ ਜਾਣ ਲੱਗਾ ਅਤੇ ਕਿਉਂ? ਯੋਨਾ ਨਬੀ ਤਰਸ਼ੀਸ਼ ਦੇਸ਼ ਵੱਲ ਜਾਣ ਲੱਗਾ ਕਿਉਂਕਿ
ਉਹ ਪਰਮੇਸ਼ਰ ਦੇ ਮਿਸ਼ਨ ਲਈ ਤਿਆਰ ਨਹੀਂ ਸੀ ਅਤੇ ਉਹ ਪਰਮੇਸ਼ਰ ਦੀ ਹਜ਼ੂਰੀ ਤੋਂ ਲੁਕ ਕੇ ਭੱਜਦਾ ਸੀ। ਦੂਸਰਾ ਹੈ, ਯੋਨਾ ਨੂੰ ਖੁਦਾ ਕਿੱਥੇ ਸੁੱਟ ਦਿੱਤਾ ਅਤੇ ਕਿਉਂ? ਆਨਸਰ ਹੈ, ਖੁਦਾ ਦੀ ਇੱਛਾ ਦੇ ਅਨੁਸਾਰ ਯਾਤਰੀਆਂ ਨੇ ਯੋਨਾ ਨੂੰ ਸਮੁੰਦਰ ਦੇ ਵਿੱਚ ਸੁੱਟ ਦਿੱਤਾ। ਖੁਦਾ ਨੇ ਇੱਕ ਵੱਡੀ ਮੱਛੀ ਨੂੰ ਆਗਿਆ ਦਿੱਤੀ ਕਿ ਉਸ ਨੂੰ ਨਿਗਲ ਲੈ। ਫਿਰ ਯੋਨਾ 3 ਦਿਨ ਅਤੇ 3 ਰਾਤਾਂ ਮੱਛੀ ਦੇ ਪੇਟ ਦੇ ਵਿੱਚ ਰਿਹਾ ਅਤੇ ਖੁਦਾ ਨੇ ਆਗਿਆ ਦੇ ਅਨੁਸਾਰ ਮੱਛੀ ਨੇ ਸਮੁੰਦਰ ਦੇ ਕੰਢੇ ਯੋਨਾ ਨੂੰ ਉਗਲ ਦਿੱਤਾ ਤਾਂ ਜੋ ਉਹ ਨਿਨਵੇ ਸ਼ਹਿਰ ਵਿੱਚ ਪਛਤਾਵੇ ਦਾ ਸੰਦੇਸ਼ ਸੁਣਾਵੇ। ਹੁਣ ਹੈ 4th ਕੁਐਸਚਨ, ਯੋਨਾ ਨਬੀ ਦੀ ਪੁਸਤਕ ਦਾ ਸੰਦੇਸ਼ ਕੀ ਹੈ? ਯੋਨਾ ਨਬੀ ਦੀ ਪੁਸਤਕ ਦਾ ਸੰਦੇਸ਼ ਹੈ ਕਿ ਖੁਦਾ ਦਿਆਲੂ ਅਤੇ ਕਿਰਪਾਲੂ ਹੈ ਅਤੇ ਸੰਸਾਰ ਦੀ ਮੁਕਤੀ ਹੈ ਅਤੇ ਖੁਦਾ ਆਪਣੀ ਯੋਜਨਾ ਨੂੰ ਜ਼ਾਹਿਰ ਕਰਦਾ ਹੈ। 5ਵਾਂ ਕੁਐਸਚਨ ਹੈ, ਮੀਕਾ ਨਬੀ ਦੇ ਨਾਮ ਦਾ ਕੀ ਅਰਥ ਹੈ? ਉਸਨੇ ਕਦੋਂ ਸੇਵਾ ਦਾ ਕੰਮ ਸ਼ੁਰੂ ਕੀਤਾ? ਮੀਕਾ ਨਬੀ ਦੇ ਨਾਮ ਦਾ ਅਰਥ ਹੈ ਕੌਣ ਖੁਦਾ ਵਰਗਾ ਹੈ ਅਤੇ ਉਸਨੇ ਕਦੋਂ ਸੇਵਾ ਦਾ ਕੰਮ ਸ਼ੁਰੂ ਕੀਤਾ? ਉਸਨੇ ਸੇਵਾ ਦਾ ਕੰਮ ਰਾਜਾ ਯੋਥਾਮ, ਆਹਾਜ਼ ਅਤੇ ਹਿਜ਼ਕੀਆ ਦੇ ਰਾਜਕਾਲ ਦੌਰਾਨ ਨਿਭਾਈ। ਮੀਕਾ ਕਿੱਥੋਂ ਦਾ ਰਹਿਣ ਵਾਲਾ ਸੀ? ਮੀਕਾ ਨਬੀ ਮੋਰਸ਼ਤ ਨਗਰ ਦਾ ਰਹਿਣ ਵਾਲਾ ਸੀ। 7ਵਾਂ ਕੁਐਸਚਨ, ਮੀਕਾ ਨੇ ਮੁਕਤੀਦਾਤਾ ਬਾਰੇ ਕੀ ਭਵਿੱਖਬਾਣੀ ਕੀਤੀ? ਖੁਦਾ ਨੇ ਮੀਕਾ ਦੁਆਰਾ ਇਸਰਾਇਲ ਨੂੰ ਇੱਕ ਮਹਾਨ ਸ਼ਾਸਕ ਦੀ ਪ੍ਰਤੀਗਿਆ ਵੀ ਦਿੰਦਾ ਹੈ। ਐ ਬੈਤਲਹਮ, ਤੂੰ ਯਹੂਦਾ ਦੇ ਨਗਰ ਵਿੱਚ ਸਭ ਤੋਂ ਛੋਟਾ ਹੈ, ਪਰ ਮੈਂ ਤੇਰੇ ਵਿੱਚੋਂ ਹੀ ਇਸਰਾਇਲ ਲਈ ਇੱਕ ਸ਼ਾਸਕ ਪੈਦਾ ਕਰਾਂਗਾ ਜਿਸ ਦੇ ਵੰਸ਼ ਦਾ ਸੰਬੰਧ ਪ੍ਰਾਚੀਨ ਕਾਲ ਅਰਥਾਤ ਆਦਿ ਤੋਂ ਹੈ। 8ਵਾਂ ਕੁਐਸਚਨ, ਮੀਕਾ ਨਬੀ ਦੀ ਪੁਸਤਕ ਦਾ ਸੰਦੇਸ਼ ਕੀ ਹੈ? ਮੀਕਾ ਨਬੀ ਖੁਦਾ ਨੂੰ ਦਇਆ ਨਾਲ ਭਰਪੂਰ ਅਤੇ ਪਿਆਰ ਦੇ ਸੋਮੇ ਵਜੋਂ ਪੇਸ਼ ਕਰਦਾ ਹੈ। ਇਸ ਦੀ ਅੱਜ ਦੇ ਚੈਪਟਰ ਅਤੇ ਇਸ ਚੈਪਟਰ ਦੇ ਕੁਐਸਚਨ ਆਨਸਰ ਵੀ ਸਾਰਿਆਂ ਨੇ ਪੜ੍ਹਨਾ ਅਤੇ ਯਾਦ ਕਰਨਾ। ਸਾਰਿਆਂ ਨੂੰ ਮੇਰੇ ਵੱਲੋਂ ਜੈ ਯਿਸੂ ਦੀ।